नॉर्थ अमेरिका ट्रकिंग शो लगे एक बार फिर हाजिर हां मैं यानी बुलंदर सिंह विरमानी। हर हफ्ते ਅਸੀਂ ਗੱਲ ਕਰਦੇ ਹਾਂ ਟਰੱਕ ਇੰਡਸਟਰੀ ਵਿੱਚ ਆ ਰਹੇ ਨਵੇਂ ਬਦਲਾਵਾਂ ਦੀ। ਤਾਂ ਜੋ ਇੰਡਸਟਰੀ ਵਿੱਚ ਸਾਲਾਂ ਤੋਂ ਜੋ ਜੁੜੇ ਹੋਏ ਨੇ ਉਹਨਾਂ ਨੂੰ ਨਵੇਂ ਬਦਲਾਵਾਂ ਬਾਰੇ ਇਸ ਪ੍ਰੋਗਰਾਮ ਦੇ ਜ਼ਰੀਏ ਚੰਗੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ ਅਤੇ ਨਾਲ ਹੀ ਜੋ ਲੋਕ ਨਵੇਂ ਟਰਕਿੰਗ ਖੇਤਰ ਨਾਲ ਜੁੜੇ ਨੇ ਜਾਂ ਫਿਰ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਸਾਡਾ ਇਹ ਪ੍ਰੋਗਰਾਮ ਟਰਕਿੰਗ ਖੇਤਰ ਦੇ ਨਵੇਂ ਰਾਹ ਤੇ ਚੱਲਣ ਦੀ ਪ੍ਰੇਰਣਾ ਤਾਂ ਦਿੰਦਾ ਹੀ ਹੈ, ਨਾਲ ਹੀ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਵੀ ਕਰਵਾਉਂਦਾ ਹੈ। ਤਾਂ ਫਿਰ ਆਗਾਜ਼ ਕਰਦੇ ਹਾਂ ਆਪਣੇ ਪ੍ਰੋਗਰਾਮ ਦਾ ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਨਵੀਂ ਟਰਕਿੰਗ ਕੰਪਨੀ ਖੋਲਣ ਤੋਂ ਪਹਿਲਾਂ ਕਿਹੜੀਆਂ ਖਾਸ ਗੱਲਾਂ ਦਾ ਖਾਸ ਧਿਆਨ ਰੱਖਣਾ ਬੇहद ਜ਼ਰੂਰੀ ਹੈ। ਨਾਲ ਹੀ ਦੇਵਾਂਗੇ ਤੁਹਾਡੇ ਭੇਜੇ ਗਏ ਸਵਾਲਾਂ ਦੇ ਜਵਾਬ। ਸੋ ਸ਼ੁਰੂ ਕਰਦੇ ਹਾਂ ਆਪਣਾ ਪ੍ਰੋਗਰਾਮ ਨਾਰਥ ਅਮਰੀਕਾ ਟਰਕਿੰਗ ਸ਼ੋ। ਸੋ ਅੱਜ ਮੇਰੇ ਨਾਲ ਮੌਜੂਦ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਸਾਹਿਬ ਜੋ ਕਿ ਗਲੋਬਲ ਟਰੱਕ ਪਰਮਿਟਸ ਦੇ ਓਨਰ ਨੇ। ਇਸ ਤੋਂ ਇਲਾਵਾ ਟਰੱਕ ਪਰਮਿਟਸ ਦੀ ਲੋੜ ਹੋਵੇ ਜਾਂ ਫਿਰ ਟਰੱਕ ਲਾਇਸੈਂਸ ਪਲੇਟਸ ਦੀ ਕੰਪਲਾਇੰਸ ਸਰਵਿਸਿਜ਼ ਵਿੱਚ ਵੀ ਪਿਛਲੇ 15 ਸਾਲਾਂ ਤੋਂ ਪੰਜਾਬੀ ਭਰਾਵਾਂ ਦੀ ਲਗਾਤਾਰ ਸੇਵਾ ਕਰ ਰਹੇ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਸਾਹਿਬ। ਟਾਂਡਾ ਸਾਹਿਬ ਬਹੁਤ ਸਵਾਗਤ ਇੱਕ ਵਾਰ ਫਿਰ ਪ੍ਰੋਗਰਾਮ ਨਾਰਥ ਅਮਰੀਕਾ ਟਰਕਿੰਗ ਸ਼ੋ ਵਿੱਚ। ਭਰਿੰਦਰ ਸਿੰਘ ਜੀ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਔਰ ਸਾਰੇ ਸੁਣ ਰਹੇ ਦਰਸ਼ਕਾਂ ਦਾ, ਸਾਰੇ ਦੇਖ ਰਹੇ ਔਰ ਸੁਣ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਟਾਂਡਾ ਸਾਹਿਬ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਸੋ ਟਾਂਡਾ ਸਾਹਿਬ ਜਿਵੇਂ ਸਾਡਾ ਅੱਜ ਦਾ ਸਿਰਲੇਖ ਹੀ ਹੈ ਕਿ ਨਵੀਂ ਟਰਕਿੰਗ ਕੰਪਨੀ ਖੋਲਣ ਤੋਂ ਪਹਿਲਾਂ ਰੱਖੋ ਖਾਸ ਗੱਲਾਂ ਦਾ ਧਿਆਨ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਜੇਕਰ ਕੋਈ ਵਿਅਕਤੀ ਟਰਕਿੰਗ ਕੰਪਨੀ ਖੋਲਣ ਬਾਰੇ ਵਿਚਾਰ ਕਰ ਰਿਹਾ ਹੈ ਤਾਂ ਉਸ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਉਸ ਨੂੰ ਹੋਮਵਰਕ ਕਰਨ ਦੀ ਬੇਹਦ ਜ਼ਰੂਰਤ ਹੈ। ਭਰਿੰਦਰ ਸਿੰਘ ਜੀ ਬਿਲਕੁਲ, ਜਦੋਂ ਵੀ ਅਸੀਂ ਟਰਕਿੰਗ ਕੰਪਨੀ ਦੀ ਸ਼ੁਰੂਆਤ ਕਰਨ ਜਾਂਦੇ ਹਾਂ ਤੇ ਕਾਫੀ ਗੱਲਾਂ ਹੈਗੀਆਂ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਬਹੁਤ ਸਾਰੀਆਂ ਐਸੀਆਂ ਗਲਤੀਆਂ ਕਈ ਵਾਰੀ ਅਸੀਂ ਟਰਕਿੰਗ ਕੰਪਨੀ ਕਰਨ ਤੋਂ ਬਾਅਦ ਉਹਨਾਂ ਗੱਲਾਂ ਬਾਰੇ ਸੋਚਦੇ ਹਾਂ ਤੇ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਖਾਸ ਕਰਕੇ ਜਦੋਂ ਅੱਜ ਕੱਲ੍ਹ ਦੀ ਇੰਸ਼ੋਰੈਂਸ ਦਾ ਅਸੀਂ ਹਿਸਾਬ ਦੇਖਦੇ ਹਾਂ, ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਅੰਦਰ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਬਹੁਤ ਹੀ ਪਿੱਕੀ ਹੋ ਚੁੱਕੀਆਂ ਉਹਨਾਂ, ਔਰ ਜਿਹੜਾ ਫੈਡਰਲ ਮੋਟਰ ਕੈਰੀਅਰ ਹੈ ਉਹਦੇ ਲਾਜ਼ ਜਿਹੜੇ ਹੈਗੇ ਆ ਉਹ ਡੇ ਬਾਈ ਡੇ ਬੜੇ ਸਟ੍ਰਿਕਟ ਹੋ ਰਹੇ ਆ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਸਾਨੂੰ ਜਦੋਂ ਵੀ ਟਰਕਿੰਗ ਕੰਪਨੀ ਖੋਲਦੇ ਆ ਤੇ ਉਸ ਤੋਂ ਪਹਿਲਾਂ ਸਾਨੂੰ ਰੱਖਣਾ ਚਾਹੀਦਾ। ਕੁਛ ਮੈਂ ਪੁਆਇੰਟਸ ਜਿਹੜੇ ਵੀ ਟਰੱਕਰ ਵੀਰ ਟਰਕਿੰਗ ਇੰਡਸਟਰੀ ਵਿੱਚ ਆਉਣਾ ਚਾਹੁੰਦੇ ਆ ਜਾਂ ਉਹ ਆਲਰੇਡੀ ਤਿਆਰੀ ਕਰ ਰਹੇ ਆ ਇਸ ਫੀਲਡ ਵਿੱਚ ਆਉਣ ਦੀ, ਕੁਛ ਟਿਪਸ ਜਿਹੜੀਆਂ ਹੈਗੀਆਂ ਮੈਂ ਜ਼ਰੂਰ ਦੇਣੀਆਂ ਚਾਹਾਂਗਾ ਉਹਨਾਂ ਨੂੰ। ਕਿ ਸਭ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਫਰਕ ਹੈ ਕਿ ਉਹਨਾਂ ਨੇ ਟਰਕਿੰਗ ਕਰਨੀ ਕਿੱਥੇ ਹੈ। ਕੀ ਉਹਨਾਂ ਨੇ ਇਕੱਲੇ ਕੈਲੀਫੋਰਨੀਆ ਵਿੱਚ ਕਰਨੀ ਹੈ, ਕੀ ਉਹਨਾਂ ਨੇ ਕੈਲੀਫੋਰਨੀਆ ਤੋਂ ਬਾਹਰ ਜਾਣਾ ਹੈ, ਅਗਰ ਕੈਲੀਫੋਰਨੀਆ ਵਿੱਚ ਹੀ ਰਹਿਣਾ ਆ ਤਾਂ ਕੀ ਉਹਨਾਂ ਨੇ ਸੈਂਡ ਗ੍ਰੈਵਲ ਵਿੱਚ ਜਾਣਾ ਆ, ਉਹਨਾਂ ਨੇ ਡਰਾਈਏਜ ਦੇ ਖੇਤਰ ਵਿੱਚ ਜਾਣਾ ਆ, ਉਹਨਾਂ ਨੇ ਡਰਾਈਵੈਨ ਦੇ ਖੇਤਰ ਵਿੱਚ ਜਾਣਾ ਆ, ਇੰਟਰ ਮਾਡਲ ਵਿੱਚ ਜਾਣਾ ਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਫੀਲਡ ਚੂਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਕਸਰ ਦੇਖਣ ਵਿੱਚ ਕੀ ਆਉਂਦਾ ਹੈ ਕਿ ਜਦੋਂ ਸਾਡੇ ਕੋਲ ਟਰੱਕਰ ਵੀਰ ਆਉਂਦੇ ਆ ਤੇ ਅਸੀਂ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਹਾਂਜੀ ਭਾਈ ਸਾਹਿਬ ਜੀ ਕਿੱਧਰ ਆਓ, ਤੁਸੀਂ ਟਰਕਿੰਗ ਕਿੱਧਰ ਕਰਨੀ ਚਾਹੁੰਦੇ ਹੋ, ਤਾਂ ਉਹਨਾਂ ਦਾ ਜਵਾਬ ਜਿਹੜਾ ਉਹ ਬੜਾ ਹੀ ਰਲਿਆ ਮਿਲਿਆ ਜਿਹਾ ਜਵਾਬ ਹੁੰਦਾ ਹੈ। ਭਾਜੀ ਅਸੀਂ ਲੋਕਲ ਵੀ ਕਰ ਸਕਦੇ ਹਾਂ, ਅਸੀਂ ਬਾਹਰ ਨੂੰ ਵੀ ਜਾ ਸਕਦੇ ਹਾਂ, ਅਸੀਂ ਕੰਟੇਨਰ ਵੀ ਕਰ ਸਕਦੇ ਹਾਂ, ਅਸੀਂ ਮਿੱਟੀ ਵਾਲਾ ਵੀ ਚਲਾ ਸਕਦੇ ਹਾਂ, ਤੁਸੀਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਦੀ ਕੰਪਨੀ ਬਣਾ ਦਿਓ, ਅਸੀਂ ਸਾਰਾ ਕੁਝ ਕਰ ਸਕੀਏ। ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਗਲਤੀ ਹੁੰਦੀ। ਉਹਦਾ ਕੀ ਕਾਰਨ ਹੈ? ਕਾਰਨ ਹੈ ਕਿ ਇੰਸ਼ੋਰੈਂਸ ਕੰਪਨੀ ਵਿੱਚ ਟਰੱਕ ਦੇ ਵਿੱਚ ਲੈਣ ਦੇ ਵਿੱਚ ਉਹਦੇ ਮਾਡਲ ਦੇ ਵਿੱਚ ਤੁਸੀਂ 1000 ਤਰ੍ਹਾਂ ਦੇ ਡਿਫਰੈਂਸਿਸ ਪਾ ਸਕਦੇ ਹੋ ਜਦੋਂ ਤੁਹਾਡੀ ਟਰਕਿੰਗ ਕੰਪਨੀ ਜਿਹੜੀ ਹੈ ਉਹਨੂੰ ਡਿਸਾਈਡ ਕਰਦੇ ਹੋ। ਜੇਕਰ ਬਾਹਰ ਨੂੰ ਚੱਲਣਾ, ਫਰਕ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ। ਅਗਰ ਬਾਹਰ ਨੂੰ ਚੱਲਣਾ ਤੁਸੀਂ 48 ਸਟੇਟ ਜਾਣਾ ਹੈ, ਤੁਸੀਂ ਕੋਈ 18,000 20,000 ਮਾਈਲਸ ਆਪਣੇ ਟਰੱਕ ਦੇ ਉੱਤੇ ਹਰ ਮਹੀਨੇ ਜਿਹੜੇ ਆ ਉਹ ਪਾਉਣੇ ਆ, 2.25 ਲੱਖ ਮੀਲ ਚੱਲਣਾ। ਤੇ ਸਾਡੀ ਪ੍ਰੈਫਰੈਂਸ ਇਹ ਹੋਵੇਗੀ ਕਿ ਉਹ ਆਦਮੀ ਨਵਾਂ ਟਰੱਕ ਬਾਏ ਕਰੇ। ਅਗਰ ਉਹਨੇ ਮਿੱਟੀ ਵਾਲੇ ਟਰੱਕ ਦੇ ਉੱਤੇ ਸੈਂਡ ਐਂਡ ਗ੍ਰੈਵਲ ਤੇ ਚੱਲਣਾ ਹੈ ਤੇ ਫਿਰ ਟਰੱਕ ਦੀ ਟੋਟਲੀ ਜਿਹੜੀ ਸ਼ੇਪ ਹੈ ਉਸ ਦੇ ਵਿੱਚ ਅਗਲਾ ਫਰਦਰ ਹੈ ਕਿ ਉਹਨੇ ਡਬਲ ਦੂਜਾ ਆਪਣਾ ਟ੍ਰੇਲਰ ਚਲਾਉਣਾ ਆ, ਜਾਂ ਉਹਨੇ ਬਾਟਮ ਡੰਪ ਚਲਾਉਣਾ ਆ, ਜਾਂ ਉਹਨੇ ਸਾਈਡ ਡੰਪ ਚਲਾਉਣਾ ਆ, ਉਹਨੇ ਸੁਪਰ ਡੰਪ ਚਲਾਉਣਾ ਹੈ, ਕਿਸ ਤਰ੍ਹਾਂ ਦਾ ਟਰੱਕ ਚਲਾਉਣਾ ਹੈ, ਔਰ ਤਾਂ ਕਿ ਉਹ ਟਰੱਕ ਨੂੰ ਪ੍ਰੋਪਰ ਤਰੀਕੇ ਦੇ ਨਾਲ ਚੂਜ਼ ਕਰ ਸਕੇ ਕਿ ਕਿਸ ਫੀਲਡ ਵਿੱਚ ਜਾਣਾ ਹੈ। ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ
ਕਿ ਨਵੇਂ ਬੰਦੇ ਵਾਸਤੇ ਇਹ ਚੀਜ਼ਾਂ ਡਿਸਾਈਡ ਕਰਨੀਆਂ ਬੜੀਆਂ ਔਖੀਆਂ ਆ, ਕਿਉਂਕਿ ਉਹਨੂੰ ਕਈ ਵਾਰੀ ਪਤਾ ਹੀ ਜੀ ਨਹੀਂ ਹੁੰਦਾ ਕਿ ਮੈਂ ਕਰਨਾ ਕੀ ਹੈ। ਸੋ ਬੈਟਰ ਇਹ ਹੁੰਦਾ ਕਿ ਉਹ ਆਪਣੇ ਕਿਸੇ ਖਾਸ ਜਿਹੜੇ ਇਸ ਟਰੱਕਿੰਗ ਇੰਡਸਟਰੀ ਦੇ ਮਾਹਰ ਹਨ ਉਹਨਾਂ ਨਾਲ ਗੱਲ ਕਰੇ, ਜਾਂ ਕਿਸੇ ਕੋ ਉਹਦੇ ਜਿਹੜੇ ਖੈਰ ਖੁਆਹ ਹਨ, ਜਿਹੜੇ ਉਹਦੇ ਖਾਸ ਜਾਣਨ ਵਾਲੇ ਹਨ, ਜਿਹੜੇ ਇਸ ਗੱਲ ਵਿੱਚ ਉਹਨੂੰ ਸਲਾਹ ਦੇ ਸਕਣ, ਉਹਦੇ ਨਾਲ ਉਹ ਗੱਲ ਕਰੇ, ਤਾਂ ਕਿ ਇੱਕ ਡਿਸੀਜ਼ਨ ਜੀ ਪਹਿਲਾਂ ਲਿਆ ਜਾ ਸਕੇ ਕਿ ਇਸ ਤਰ੍ਹਾਂ ਦੀ ਟਰੱਕਿੰਗ ਟਾਈਪ ਆਫ ਟਰੱਕਿੰਗ ਜਿਹੜੀ ਹੈ ਉਹ ਕੀ ਹੋਵੇ। ਦੂਜਾ ਵੱਡਾ ਬੈਨੀਫਿਟ ਜੀ ਉਹਦਾ ਕੀ ਹੁੰਦਾ ਟਾਈਪ ਦੇ ਨਾਲ ਡਿਸਾਈਡ ਕਰਨ ਦੇ ਨਾਲ, ਕਿ ਇੰਸ਼ੋਰੈਂਸ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਅਗਰ ਤੁਸੀਂ ਜੀ ਕੈਲੀਫੋਰਨੀਆ ਵਿੱਚ ਲੋਕਲ ਟਰੱਕਿੰਗ ਚਲਾਉਂਦੇ ਹੋ ਤਾਂ ਇੰਸ਼ੋਰੈਂਸ ਬਿਲਕੁਲ ਹੋਰ ਤਰ੍ਹਾਂ ਦੀ ਮਿਲਦੀ ਹੈ। 100 ਮਾਈਲਸ ਦੇ ਵਿੱਚ ਜਿਹੜੇ ਰੇਟਸ ਹੈਗੇ ਆ ਉਹ ਹੋਰ ਤਰ੍ਹਾਂ ਦਾ ਮਿਲਦਾ ਆ। ਜੀ ਅਗਰ 200 ਮਾਈਲ ਜਾਂ 300 ਮਾਈਲ ਦਾ ਰੇਡੀਅਸ ਅਸੀਂ ਲੈਂਦੇ ਆ ਇੰਸ਼ੋਰੈਂਸ ਵਿੱਚ, ਤਾਂ ਉਹਦਾ ਰੇਟ ਜਿਹੜਾ ਉਹ ਬਿਲਕੁਲ ਅਲੱਗ ਹੁੰਦਾ। ਅਗਰ 48 ਸਟੇਟ ਜਾਂਦੇ ਆ, ਅਸੀਂ ਕੈਨੇਡਾ ਨੂੰ ਜਾਂਦੇ ਆ, ਤਾਂ ਫਿਰ ਉਹਦਾ ਜਿਹੜਾ ਰੇਟ ਹੈ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਇੱਥੇ ਤੱਕ ਤੁਹਾਨੂੰ ਦੱਸ ਜੀ ਸਕਦਾ ਕਿ ਅਗਰ ਲੋਕਲ ਟਰੱਕਿੰਗ ਜਿਹੜੀ ਉਹ 8 ਤੋਂ ਲੈ ਕੇ $10,000 ਪਰ ਮੰਥ ਵਿੱਚ ਮਿਲਦੀ ਹੈ, ਤਾਂ ਜਿਹੜੀ 48 ਸਟੇਟ ਜਾਂ ਕੈਨੇਡੀਅਨ ਸਟੇਟਸ ਅਗਰ ਕਵਰ ਕਰਵਾਉਂਦੇ ਆ, ਤਾਂ ਉਹੀ ਟਰੱਕ ਦੀ ਇੰਸ਼ੋਰੈਂਸ, ਉਸੇ ਡਰਾਈਵਰ ਦੀ ਇੰਸ਼ੋਰੈਂਸ ਜਿਹੜੀ ਉਹ 20 ਤੋਂ 22,000 25,000 ਤੱਕ ਵੀ ਜਾ ਸਕਦੀ। ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਠੀਕ ਜੇਕਰ ਤੁਸੀਂ ਡਿਸਾਈਡ, ਅਗਰ ਤੁਸੀਂ ਪਰਮਿਟਸ ਜਿਹੜੇ ਆ ਜਾਂ ਆਪਣਾ ਸਾਰਾ ਡਿਸੀਜਨ 48 ਸਟੇਟ ਦਾ ਲੈਂਦੇ ਹੋ, ਪਰ ਅਲਟੀਮੇਟਲੀ ਤੁਸੀਂ ਲੋਕਲ ਟਰੱਕਿੰਗ ਚਲਾਉਂਦੇ ਹੋ, ਤਾਂ ਇੱਕ ਤਾਂ ਤੁਸੀਂ ਜੀ ਟਰੱਕ ਦਾ ਮਾਡਲ ਉਹਦਾ ਗਲਤ ਡਿਸਾਈਡ ਕਰੋਗੇ, ਦੂਸਰਾ ਉਹਦੀ ਇੰਸ਼ੋਰੈਂਸ ਜਿਹੜੀ ਹੈ ਉਹ ਬਿਲਕੁਲ ਇੰਟਾਇਰਲੀ ਗਲਤ ਲਾਓਗੇ। ਸੋ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਹਾਨੂੰ ਟਰੱਕਿੰਗ ਦੀ ਜਿਹੜੀ ਟਾਈਪ ਆਫ ਟਰੱਕਿੰਗ ਤੁਸੀਂ ਕਰਨੀ ਹੈ, ਤੁਹਾਨੂੰ ਉਹਦੇ ਵਿੱਚ ਡਿਸੀਜਨ ਲੈਣਾ, ਬਹੁਤ ਹੀ ਸਪਸ਼ਟ ਡਿਸੀਜਨ ਜਿਹੜਾ ਲੈਣਾ ਆ ਉਹ ਬੜਾ ਜ਼ਰੂਰੀ ਹੈ। ਨੰਬਰ 1। ਨੰਬਰ ਜੀ 2, ਕਿ ਤੁਸੀਂ ਕੀ ਟਰੱਕ ਪਹਿਲੀ ਵਾਰੀ ਲੈ ਰਹੇ ਹੋ, ਜਾਂ ਤੁਸੀਂ ਇਸ ਤੋਂ ਪਹਿਲਾਂ ਐਜ਼ ਐਨ ਓਨਰ ਆਪਰੇਟਰ ਚਲਾ ਰਹੇ ਹੋ। ਇਹ ਇੱਕ ਬੜਾ ਵੱਡਾ ਡਿਸੀਜਨ ਹੈ। ਮੇਰੀ ਹਮੇਸ਼ਾ ਗਾਈਡੈਂਸ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਆਪਣਾ ਟਰੱਕ ਲੈਂਦੇ ਹੋ ਤੇ ਹਮੇਸ਼ਾ ਪਹਿਲੇ ਸਾਲ ਜਾਂ 2 ਸਾਲ ਜਿਹੜਾ ਹੈਗਾ ਉਹਨੂੰ ਐਜ਼ ਏ ਓਨਰ ਆਪਰੇਟਰ ਚਲਾਇਆ ਜਾਵੇ, ਤਾਂ ਕਿ ਤੁਹਾਨੂੰ ਥੋੜਾ ਜਿਹਾ ਐਕਸਪੀਰੀਅੰਸ ਹੋ ਜਾਏ। ਉਸ ਤੋਂ ਬਾਅਦ ਆਪਣੀ ਟਰੱਕਿੰਗ ਕੰਪਨੀ ਆਪਣੇ ਜਿਹੜੇ ਪਰਮਿਟਸ ਹੈਗੇ ਆ ਉਸ ਤੋਂ ਬਾਅਦ ਲੈ ਜਾਣ। ਨੰਬਰ ਜੀ 3, ਜਿਹੜੀ ਸਭ ਤੋਂ ਵੱਡੀ ਚੀਜ਼, ਕਿ ਤੁਹਾਡਾ ਲਾਇਸੈਂਸ ਕਿੰਨਾ ਪੁਰਾਣਾ ਹੈ। ਇੰਸ਼ੋਰੈਂਸ ਦੇ ਵਿੱਚ ਪ੍ਰੈਕਟੀਕਲੀ ਅਗਰ ਤੁਸੀਂ 6 ਮਹੀਨੇ ਪੁਰਾਣੇ ਲਾਇਸੈਂਸ ਦੇ ਉੱਤੇ ਆਪਣੀ ਇੰਸ਼ੋਰੈਂਸ ਲੈਣ ਜਾਂਦੇ ਹੋ, ਤੇ ਜੇਕਰ 2.5 ਸਾਲ ਦੇ ਪੁਰਾਣੇ ਲਾਇਸੈਂਸ ਤੇ ਲੈਣ ਜਾਂਦੇ ਹੋ, ਤੇ ਟਰੱਕਿੰਗ ਜਿਹੜੀ ਇੰਸ਼ੋਰੈਂਸ ਦਾ ਜਿਹੜਾ ਰੇਟ ਹੈਗਾ ਜਾਂ ਇੰਸ਼ੋਰੈਂਸ ਦੀ ਜਿਹੜੀ ਪ੍ਰਾਈਸਿੰਗ ਹੈ ਉਹ ਜ਼ਮੀਨ ਅਸਮਾਨ ਦਾ ਫਰਕ ਹੋ ਸਕਦਾ ਹੈ। ਅਗਰ 2 ਜਾਂ 2.5 ਸਾਲ ਦਾ ਜਿਹੜਾ ਐਕਸਪੀਰੀਅੰਸ ਵਾਲਾ ਬੰਦਾ ਹੈ, ਅਗਰ ਉਹਨੂੰ 25,000 ਦੀ ਜਾਂ 20,000 ਦੀ ਇੰਸ਼ੋਰੈਂਸ ਮਿਲਦੀ ਹੈ, ਤਾਂ 6 ਮਹੀਨੇ ਜਾਂ 3 ਮਹੀਨੇ ਪੁਰਾਣੇ ਜਾਂ 9 ਮਹੀਨੇ ਪੁਰਾਣੇ ਲਾਇਸੈਂਸ ਨੂੰ ਉਹ ਇੰਸ਼ੋਰੈਂਸ ਜਿਹੜੀ ਉਹ 35 ਜਾਂ 40 ਜਾਂ 45,000 ਤੱਕ ਵੀ ਹੋ ਸਕਦੀ ਹੈ। ਮੈਂ ਜੀ 6 ਮਹੀਨੇ ਦੀ ਲਾਇਸੈਂਸ ਤੇ ਜਾਂ 3 ਮਹੀਨੇ ਦੇ ਲਾਇਸੈਂਸ ਤੇ ਲੋਕਾਂ ਨੂੰ ਇੰਸ਼ੋਰੈਂਸ ਲੈਂਦੇ ਦੇਖਿਆ, ਔਰ ਉਹਨਾਂ ਦੀ ਇੰਸ਼ੋਰੈਂਸ ਦੇ ਰੇਟ ਮੈਂ 35, 38, 40,000, $45,000, ਜਿਹੜੇ ਕਿ ਟੋਟਲੀ ਅਨਅਫੋਰਡੇਬਲ ਰੇਟ ਹੈ। ਤੁਸੀਂ $40,000 ਇੰਸ਼ੋਰੈਂਸ ਦੇ ਕੇ ਕਿਸੇ ਵੀ ਹਾਲ ਦੇ ਵਿੱਚ ਟਰੱਕਿੰਗ ਵਿੱਚ ਸਰਵਾਈਵ ਨਹੀਂ ਕਰ ਸਕਦੇ। ਪਰ ठीक है। ਤੁਹਾਡੀ पर टाटा साहब, ਮਜਬੂਰੀ टाटा तो वैसे मैं एक सवाल ये भी करना जरूर चाहूंगा कि एक ट्रक ड्राइवर ਨੂੰ क्लास A लाइसेंस या फिर एक कमर्शियल लाइसेंस ਜਾਂ ਫਿਰ ਟਰੱਕ ਚਲਾਉਣ ਲਈ ਲਾਇਸੈਂਸ ਚਾਹੀਦਾ ਹੈ, ਉਹ ਹੋਣਾ ਜ਼ਰੂਰੀ ਹੈ ਜਾਂ ਇਹ ਬਾਅਦ ਵਿੱਚ ਵੀ ਲਿਆ ਜਾ ਸਕਦਾ ਹੈ? ਭੁਪਿੰਦਰ ਸਿੰਘ, ਦੇਖੋ, ਮੈਂ ਹਮੇਸ਼ਾ ਇਹ ਗਾਈਡ ਕਰਦਾ ਕਿ ਜੇਕਰ ਤੁਸੀਂ ਟਰੱਕਿੰਗ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਪਣਾ ਕਮਰਸ਼ੀਅਲ ਲਾਇਸੈਂਸ ਹੋਣਾ ਜ਼ਰੂਰੀ ਹੈ। ਤੁਹਾਨੂੰ ਸਾਲ 2 ਜੀ ਸਾਲ ਦਾ ਐਕਸਪੀਰੀਅੰਸ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਤੁਸੀਂ ਟਰੱਕਿੰਗ ਦੇ ਬੇਸਿਕ ਸਮਝ ਸਕੋ, ਟਰੱਕਿੰਗ ਦੇ ਰੋਡ ਦੇ ਉੱਤੇ ਆਉਣ ਵਾਲੀ ਪ੍ਰੋਬਲਮ ਨੂੰ ਸਮਝ ਸਕੋ। ਪਰ ਐਜ਼ ਜੀ ਸੱਚ ਤੁਹਾਡੇ ਮਾਲਕ ਦੇ ਕੋਲ ਲਾਇਸੈਂਸ ਹੋਣਾ ਜਾਂ ਨਾ ਹੋਣਾ, ਫੈਡਰਲ ਮੋਟਰ ਕੈਰੀਅਰ ਦੀ ਜਾਂ ਕੈਲੀਫੋਰਨੀਆ ਡਿਪਾਰਟਮੈਂਟ ਦੀ ਕਿਸੇ ਵੀ ਕਿਸਮ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਤੁਹਾਡੇ ਕੋਲ ਇੱਕ ਕਮਰਸ਼ੀਅਲ ਲਾਇਸੈਂਸ ਹੋਣਾ ਜ਼ਰੂਰੀ ਹੈ, ਚਾਹੇ ਉਹ ਤੁਹਾਡਾ ਆਪਣਾ ਹੋਵੇ, ਚਾਹੇ ਤੁਹਾਡੇ ਕਿਸੇ EMPLOYEE ਦਾ ਹੋਵੇ ਜਾਂ ਕਿਸੇ ਹਾਇਰਡ ਪਰਸਨ ਦਾ ਹੋਵੇ। ਸੋ ਜੇਕਰ ਤੁਸੀਂ ਜੀ ਜਦੋਂ ਤੁਸੀਂ ਇੰਸ਼ੋਰੈਂਸ ਲੈਣੀ ਹੈ ਤੇ ਇੰਸ਼ੋਰੈਂਸ ਵਾਸਤੇ ਤੁਹਾਨੂੰ ਕੋਡ ਲੈਣ ਵਾਸਤੇ ਇੱਕ ਡਰਾਈਵਰ ਦਾ ਓਬਵੀਅਸਲੀ ਹੈ ਕਿ ਜੇਕਰ ਤੁਹਾਨੂੰ ਟਰੱਕਿੰਗ ਕੰਪਨੀ ਖੋਲਣ ਲਈ ਤੁਹਾਡੇ ਕੋਲ ਇੱਕ ਟਰੱਕ ਹੋਣਾ ਜ਼ਰੂਰੀ ਹੈ, ਕਿਉਂਕਿ ਜੀ ਟਰੱਕਿੰਗ ਕੰਪਨੀ ਤਾਂ ਹੀ ਖੁੱਲ ਸਕਦੀ ਹੈ ਜੇਕਰ ਤੁਹਾਡੇ ਕੋਲ ਆਪਣੀ ਇੰਸ਼ੋਰੈਂਸ ਹੋਵੇ, ਕਿਉਂਕਿ ਜਿਹੜਾ ਮੋਟਰ ਕੈਰੀਅਰ ਕੈਲੀਫੋਰਨੀਆ ਦਾ ਹੈ ਜਾਂ ਫੈਡਰਲ ਦਾ ਜਿਹੜਾ ਮੋਟਰ ਕੈਰੀਅਰ ਪਰਮਿਟ ਹੈ, ਉਹਨਾਂ ਦੋਨਾਂ ਜੀ ਪਰਮਿਟਸ ਵਾਸਤੇ ਇੰਸ਼ੋਰੈਂਸ ਦੀ ਫਾਈਲਿੰਗ ਹੋਣੀ ਜਿਹੜੀ ਉਹ ਜ਼ਰੂਰੀ ਹੈ। ਸੋ ਇੰਸ਼ੋਰੈਂਸ ਦੀ ਫਾਈਲਿੰਗ ਜੀ ਤਾਂ ਹੀ ਹੋ ਸਕਦੀ ਹੈ ਜੇਕਰ ਤੁਹਾਡੇ ਕੋਲ ਆਪਣਾ ਟਰੱਕ ਹੈ। ਸੋ ਟਰੱਕ ਜਿਹੜਾ ਆ ਉਹ ਰਿਕੁਆਇਰਮੈਂਟ ਕੰਪਨੀ ਖੋਲਣ ਵਾਸਤੇ ਹੈ,
ਟਰੱਕ ਡਰਾਈਵਿੰਗ ਦਾ ਲਾਇਸੈਂਸ ਜਿਹੜਾ ਆ ਮਾਲਕ ਦਾ ਹੋਣਾ ਜਾਂ ਨਾ ਹੋਣਾ ਕੋਈ ਵੀ ਰਿਕੁਆਇਰਮੈਂਟ ਨਹੀਂ। ਹਾਂ, ਤੁਹਾਡੇ ਕੋਲ ਇੱਕ ਡਰਾਈਵਰ ਜ਼ਰੂਰ ਹੋਣਾ ਚਾਹੀਦਾ ਜਿਹੜਾ ਕਿ ਉਸ ਟਰੱਕ ਨੂੰ ਫਰਦਰ ਚਲਾਏਗਾ, ਕਿਉਂਕਿ ਓਬਵੀਅਸਲੀ ਆ ਜੇਕਰ ਤੁਸੀਂ ਜੇਕਰ ਟਰੱਕਿੰਗ ਕੰਪਨੀ ਖੋਲਣੀ ਹੈ, ਇੰਸ਼ੋਰੈਂਸ ਉਹਦੀ ਲਾਓਗੇ ਤੇ ਉਹ ਟਰੱਕ ਨੂੰ ਰੋਡ ਤੇ ਪਾਓਗੇ। ਅਗਰ ਰੋਡ ਤੇ ਤੁਸੀਂ ਟਰੱਕ ਪਾਉਂਦੇ ਹੋ ਤੇ ਫਿਰ ਬਕਾਇਦਾ ਤੁਹਾਡੇ ਕੋਲ ਇੱਕ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈ, ਉਹ ਤੁਹਾਡਾ ਹੋਵੇ ਜਾਂ ਤੁਹਾਡੇ ਕਿਸੇ ਡਰਾਈਵਰ ਦਾ ਹੋਵੇ, ਇਹ ਗੱਲ ਦਾ ਮੈਟਰ ਨਹੀਂ ਕਰਦਾ। ਸੋ ਠੀਕ ਹੈ। ਔਰ ਇੱਕ ਵਿਅਕਤੀ ਨੂੰ ਟਰੱਕਿੰਗ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਕਿੰਨਾ ਕੁ ਸਮਾਂ ਪਹਿਲਾਂ ਟਰੱਕ ਲੈਣਾ ਜ਼ਰੂਰੀ ਹੈ, ਜਾਂ ਫਿਰ ਕੰਪਨੀ ਖੁਲਵਾ ਕੇ ਫਿਰ ਟਰੱਕ ਲਿਆ ਜਾਣਾ ਚਾਹੀਦਾ ਹੈ? ਕੀ ਸਲਾਹ ਦਿਓਗੇ ਤੁਸੀਂ ਇੱਥੇ? ਦੇਖੋ ਭਲਿੰਦਰ ਸਿੰਘ ਜੀ, ਮੇਰੀ ਜਾਤੀ ਤੌਰ ਤੇ ਇਹ ਰਾਏ ਹੈ ਕਿ ਤੁਹਾਡੇ ਕੋਲ ਪਹਿਲਾਂ ਇੰਸ਼ੋਰੈਂਸ ਦਾ ਕੋਡ ਹੋਣਾ ਜ਼ਰੂਰੀ ਹੈ। ਮੇਰੀ ਜਾਤੀ ਰਾਏ, ਮੈਂ ਜਦੋਂ ਤੁਹਾਨੂੰ ਪਹਿਲਾਂ ਕਿਹਾ ਕਿ ਪਹਿਲਾਂ ਟਰੱਕ ਲੈ ਕੇ ਉਹਨੂੰ ਐਜ਼ ਏ ਓਨਰ ਆਪਰੇਟਰ ਕੋਈ 2 4 6 ਮਹੀਨੇ ਸਾਲ ਚਲਾਇਆ ਜਾਵੇ। ਜਦੋਂ ਤੁਸੀਂ 2 4 6 ਮਹੀਨੇ ਟਰੱਕ ਐਜ਼ ਏ ਓਨਰ ਆਪਰੇਟਰ ਚਲਾਉਂਦੇ ਹੋ, ਬਹੁਤ ਕੇਸਾਂ ਵਿੱਚ ਆਪਣੀ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਤੁਸੀਂ ਜਿਸ ਕੰਪਨੀ ਦੇ ਨਾਲ ਐਜ਼ ਏ ਓਨਰ ਆਪਰੇਟਰ ਚੱਲਣਾ ਆ, ਤੁਸੀਂ ਉਹਦੀ ਇੰਸ਼ੋਰੈਂਸ, ਉਹਦਾ ਸਾਰੇ ਪਰਮਿਟਸ ਵਗੈਰਾ ਯੂਜ਼ ਕਰਨੇ ਹੁੰਦੇ। ਵੱਡੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਇੰਸ਼ੋਰੈਂਸ ਜਿਹੜੀ ਹੈ ਉਹ ਬਲਕ ਵਿੱਚ ਮਿਲ ਜਾਂਦੀ ਹੈ, ਉਹਨਾਂ ਨੂੰ ਕੋਈ ਗਰੁੱਪ ਇੰਸ਼ੋਰੈਂਸ ਹੁੰਦੀਆਂ, ਸੋ ਤੁਹਾਡੀ ਇੰਸ਼ੋਰੈਂਸ ਜਿਹੜੀ ਕਵਰ ਹੋ ਜਾਂਦੀ ਹੈ। ਟੈਕਨੀਕਲ ਪੁਆਇੰਟ ਕੀ ਹੈ ਕਿ ਜੇਕਰ ਤੁਸੀਂ ਆਪਣਾ ਟਰੱਕ ਆਪ ਲੈ ਲੈਂਦੇ ਹੋ, ਤੁਸੀਂ ਓਨਰ ਆਪਰੇਟਰ ਐਜ਼ ਏ ਨਹੀਂ ਚੱਲਦੇ, ਤੁਸੀਂ ਆਪਣੀ ਟਰੱਕਿੰਗ ਕੰਪਨੀ ਖੋਲਦੇ ਹੋ, ਤਾਂ ਅਗਰ ਤੁਹਾਨੂੰ ਇੰਸ਼ੋਰੈਂਸ ਜਿਹੜੀ ਆ ਉਹ ਸਸਤੀ ਨਹੀਂ ਮਿਲਦੀ, ਇੰਸ਼ੋਰੈਂਸ ਅਗਰ 15-20 ਹਜ਼ਾਰ ਦੀ ਰੇਂਜ ਤੁਹਾਨੂੰ ਨਹੀਂ ਮਿਲਦੀ, ਅਗਰ 35-40 ਹਜ਼ਾਰ ਦੀ ਰੇਂਜ ਮਿਲਦੀ ਆ, ਫਾਰ ਐਗਜ਼ਾਮਪਲ ਤੁਹਾਡੇ ਕੋਲ 2-3 ਸਾਈਟੇਸ਼ਨਸ ਹਨ, ਤੁਹਾਡੇ ਰੈਕਡ ਦੇ ਉੱਤੇ ਕੋਈ ਐਕਸੀਡੈਂਟ ਹੈ, ਤੁਹਾਡੇ ਲਾਇਸੈਂਸ ਦੇ ਉੱਤੇ ਕੋਈ ਸਸਪੈਂਸ਼ਨ ਹੈ, ਤਾਂ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ 2 to 3 ਟਾਈਮਸ ਨਾਰਮਲ ਨਾਲੋਂ ਮਹਿੰਗੀ ਹੋ ਜਾਂਦੀ ਹੈ। ਸੋ ਬੈਟਰ ਕੀ ਹੈ ਕਿ ਟਰੱਕ ਪਹਿਲਾਂ ਲਿਆ ਜਾਵੇ, ਟਰੱਕ ਲੈ ਕੇ ਕਿਸੇ ਟਰੱਕਿੰਗ ਕੰਪਨੀ ਦੇ ਨਾਲ ਆਪਣਾ ਟਰੱਕ ਜਿਹੜਾ ਆ ਉਹਨੂੰ ਅਟੈਚ ਕਰਕੇ, ਉਹਨੂੰ ਲੀਜ਼ ਕਰਕੇ, ਉਹਨੂੰ ਐਜ਼ ਏ ਓਨਰ ਆਪਰੇਟਰ ਚਲਾਇਆ ਜਾਵੇ, ਜਿਹੜਾ ਇੱਕ ਬਹੁਤ ਹੀ ਵਧੀਆ ਔਰ ਬੈਸਟ ਸਿਨੈਰੀਓ ਹੈ। 2 4 6 ਮਹੀਨੇ ਤੋਂ ਬਾਅਦ, ਸਾਲ ਚਲਾਉਣ ਤੋਂ ਬਾਅਦ, ਜਦੋਂ ਤੁਸੀਂ ਕੰਫਰਟੇਬਲ ਫੀਲ ਕਰਦੇ ਆ, 4 ਪੈਸੇ ਤੁਹਾਡੇ ਕੋਲ ਹੋ ਜਾਂਦੇ ਆ, ਤੁਸੀਂ ਟਰੱਕਿੰਗ ਇੰਡਸਟਰੀ ਨੂੰ ਸਮਝ ਜਾਂਦੇ ਹੋ, ਤਾਂ ਉਸ ਤੋਂ ਬਾਅਦ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਇਹ ਬੜੀ ਧਿਆਨ ਰੱਖਣ ਵਾਲੀ ਔਰ ਬੜੀ ਇੱਕ ਨੋਟ ਕਰਨ ਵਾਲੀ ਹੈ ਕਿ ਤੁਸੀਂ ਜਦੋਂ ਡਿਸਾਈਡ ਕਰਦੇ ਹੋ ਕਿ ਮੈਂ ਹੁਣ ਟਰੱਕਿੰਗ ਕੰਪਨੀ ਆਪਣੀ ਆਪ ਖੋਲਣੀ ਹੈ, ਤੇ ਤੁਹਾਡਾ ਆਲਰੇਡੀ ਟਰੱਕ ਜਿਹੜਾ ਆ ਉਹ ਰੋਡ ਤੇ ਚੱਲ ਰਿਹਾ, ਤੁਸੀਂ ਕਿਸੇ ਨਾਲ ਟਰੱਕ ਆਪਣਾ ਲੀਜ਼ ਕੀਤਾ ਹੋਇਆ, ਤੁਸੀਂ ਉਸ ਇੰਸ਼ੋਰੈਂਸ ਨੂੰ ਅਵੇਲ ਕਰ ਰਹੇ ਹੋ, ਤੁਸੀਂ ਉੱਥੇ ਵਿੱਚ ਪੈਸਾ ਕਮਾ ਰਹੇ ਹੋ। ਸੋ ਪੈਰਲਲ ਆਪਣੀ ਟਰੱਕਿੰਗ ਕੰਪਨੀ ਜਿਹੜੀ ਸਟਾਰਟ ਕਰਨਾ ਇੱਕ ਬੜਾ ਵਧੀਆ ਔਰ ਚੰਗਾ ਡਿਸੀਜਨ ਹੈ, ਬਜਾਏ ਕਿ ਤੁਸੀਂ ਨਵਾਂ ਟਰੱਕ ਲੈ ਕੇ ਟਰੱਕ ਨੂੰ ਖੜਾ ਕਰਕੇ ਫਿਰ ਦੁਬਾਰਾ ਕੰਪਨੀ ਦਾ ਪ੍ਰੋਸੈਸ ਸਟਾਰਟ ਕਰੋ। ਉਸ ਤੋਂ ਬਾਅਦ ਸਭ ਤੋਂ ਵੱਡਾ ਰਿਸਕ ਹੈ ਇੰਸ਼ੋਰੈਂਸ। ਅਗਰ ਤੁਸੀਂ ਕਿਸੇ ਨਾਲ ਆਲਰੇਡੀ ਚਲਾ ਰਹੇ ਹੋ ਤਾਂ ਤੁਸੀਂ ਪੈਰਲਲ ਆਪਣੀ ਟਰੱਕਿੰਗ ਕੰਪਨੀ ਖੋਲਣ ਦੀ ਪ੍ਰੋਸੈਸ ਸਟਾਰਟ ਕਰਦੇ ਹੋ, ਤਾਂ ਜੇਕਰ ਤੁਹਾਨੂੰ ਇੰਸ਼ੋਰੈਂਸ ਮਹਿੰਗੀ ਮਿਲਦੀ ਹੈ ਜਾਂ ਤੁਹਾਡੀ ਕੋਈ ਐਸੀ ਸਾਈਟੇਸ਼ਨ ਹੈ ਜਿਹੜੀ ਤੁਹਾਡੇ ਰੈਕਟ ਤੇ ਆਉਣ ਵਾਲੇ 6 ਮਹੀਨਿਆਂ ਜਾਂ 1 ਸਾਲ ਤੱਕ ਨਿਕਲ ਜਾਣੀ ਹੈ, ਉਸ ਤੋਂ ਬਾਅਦ ਤੁਹਾਨੂੰ ਇੰਸ਼ੋਰੈਂਸ ਸਸਤੀ ਮਿਲ ਸਕਦੀ ਹੈ, ਤਾਂ ਤੁਸੀਂ ਆਪਣਾ ਇੰਸ਼ੋਰੈਂਸ ਦਾ ਕੋਡ ਲੈ ਕੇ ਦੇਖੋ। ਜੇਕਰ ਤੁਹਾਡਾ ਇੰਸ਼ੋਰੈਂਸ ਦਾ ਕੋਡ ਕਿਸੇ ਢੰਗ ਦੇ ਵਿੱਚ ਆਉਂਦਾ ਆ ਕਿ ਚੰਗੀ ਪ੍ਰਾਈਸ ਤੁਹਾਨੂੰ ਮਿਲਦੀ ਹੈ, ਤਾਂ ਤੁਸੀਂ ਆਪਣੀ ਇੰਸ਼ੋਰੈਂਸ ਪੈਰਲਲ ਲੈ ਕੇ, ਕਿਉਂਕਿ ਜਿਹੜੀ ਇੰਸ਼ੋਰੈਂਸ ਲੈਣ ਤੋਂ ਬਾਅਦ ਕੰਪਨੀ ਖੋਲਣ ਦਾ ਜਿਹੜਾ ਪ੍ਰੋਸੈਸ ਹੈ ਉਹ ਕਰੀਬ ਕੋਈ, ਜੇਕਰ ਤੁਸੀਂ ਇੰਡੀਵਿਜੂਅਲ ਕੰਪਨੀ ਖੋਲਣੀ ਹੈ ਜਾਂ ਪਾਰਟਨਰਸ਼ਿਪ ਹੈ ਜਾਂ ਤੁਹਾਡੀ ਕਾਰਪੋਰੇਸ਼ਨ ਹੈਗੀ ਹੈ, ਤਾਂ ਕਰੀਬ 30 ਦਿਨ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਟੋਟਲ ਹੈ। ਅਗਰ ਤੁਸੀਂ ਨਵਾਂ ਟਰੱਕ ਲੈਂਦੇ ਹੋ, ਪਹਿਲੀ ਗੱਲ ਇਹ ਹੋਗੀ ਤੁਹਾਨੂੰ 30 ਦਿਨ ਵਾਸਤੇ ਬੈਠਣਾ ਪਏਗਾ ਘਰ, ਤੁਹਾਨੂੰ ਟਰੱਕ ਦੀਆਂ ਪੇਮੈਂਟਸ ਵੀ ਦੇਣੀਆਂ ਪੈਣਗੀਆਂ, ਤੁਹਾਨੂੰ ਇੰਸ਼ੋਰੈਂਸ ਦੀ ਪੇਮੈਂਟ ਵੀ ਦੇਣੀ ਪਏਗੀ, ਕਿਉਂਕਿ ਇੰਸ਼ੋਰੈਂਸ ਲੈਣ ਤੋਂ ਬਾਅਦ ਕਰੀਬ 25 ਤੋਂ ਲੈ ਕੇ 30 ਦਿਨ ਦਾ ਜਿਹੜਾ ਪ੍ਰੋਸੈਸ ਹੈ ਟਰੱਕਿੰਗ ਕੰਪਨੀ ਖੋਲਣ ਦਾ। ਪਰ ਉਹਦੇ ਬਜਾਏ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਅਗਰ ਅਸੀਂ ਓਨਰ ਆਪਰੇਟਰ ਕਿਸੇ ਕੰਪਨੀ ਨਾਲ ਲੱਗੇ ਹੋਏ ਆ ਔਰ ਨਾਲ ਪੈਰਲਲ ਤੁਸੀਂ ਆਪਣਾ ਟਰੱਕਿੰਗ ਕੰਪਨੀ ਦਾ ਪ੍ਰੋਸੈਸ ਸਟਾਰਟ ਕਰਦੇ ਹੋ, ਤਾਂ ਤੁਹਾਨੂੰ 1 ਮਹੀਨਾ ਬੈਠਣ ਦੀ ਲੋੜ ਨਹੀਂ, ਤੁਸੀਂ 1 ਮਹੀਨਾ ਟਰੱਕਿੰਗ ਕੰਪਨੀ ਦੇ ਨਾਲ ਆਪਣਾ ਟਰੱਕ ਚਲਾ ਰਹੇ ਹੋ। ਪਲੱਸ ਤੁਹਾਨੂੰ ਦੂਜਾ ਬੈਨੀਫਿਟ ਉਹਦਾ ਕੀ ਹੈ ਕਿ ਅਗਰ ਤਾਂ ਤੁਹਾਨੂੰ ਇੰਸ਼ੋਰੈਂਸ ਮਹਿੰਗੀ ਮਿਲਦੀ ਹੈ, ਤਾਂ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਕੰਮ ਜਿਹੜਾ ਉੱਥੇ ਪ੍ਰੋਸੈਸ ਨੂੰ ਸਟਾਪ ਕਰ ਦਿਓ, ਜਿੱਥੇ ਤੁਸੀਂ ਟਰੱਕ ਚਲਾ ਰਹੇ ਹੋ ਤੁਸੀਂ ਉੱਥੇ ਹੀ ਟਰੱਕ ਲਗਾਤਾਰ ਚਲਾਈ ਜਾਓ। 1 ਸਾਲ ਬਾਅਦ ਜਾਂ 6 ਮਹੀਨੇ ਬਾਅਦ ਫਿਰ ਤੁਸੀਂ ਦੁਬਾਰਾ ਇੰਸ਼ੋਰੈਂਸ ਲੈਣ ਦੀ ਟਰਾਈ ਕਰ ਸਕਦੇ ਹੋ। ਅਗਰ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲਦੀ ਹੈ ਤਾਂ ਦੈਨ ਯੂ ਕੈਨ ਸਟਾਰਟ ਯੂਰ ਕੰਪਨੀ। ਜੇ ਤੁਹਾਨੂੰ ਨਹੀਂ ਇੰਸ਼ੋਰੈਂਸ ਚੰਗੀ ਮਿਲਦੀ ਤੇ ਫਿਰ ਤੁਸੀਂ ਕੰਟੀਨਿਊ ਕਰ ਸਕਦੇ ਹੋ, ਪਰ ਤੁਹਾਡੇ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬ੍ਰੇਕ ਜਿਹੜੀ ਹੈ ਉਹ ਨਹੀਂ ਪਏਗੀ। ਪਰ ਐਕਸਪੀਰੀਅੰਸ ਦੀ ਘਾਟ ਹੋਣ ਕਰਕੇ ਜੋ ਪ੍ਰੈਕਟੀਕਲ ਚੀਜ਼ ਅਸੀਂ ਦੇਖਦੇ ਹਾਂ ਕਿ ਅਸੀਂ ਟਰੱਕ ਲੈ ਕੇ ਘਰ ਖੜਾ ਕਰ ਲੈਂਦੇ ਹਾਂ, ਉਸ ਤੋਂ ਬਾਅਦ ਮਹੀਨਾ, 1.5 ਮਹੀਨਾ, 2 ਮਹੀਨੇ ਕਈ ਵਾਰੀ ਸਾਡਾ ਟਰੱਕ ਜਿਹੜਾ
ਉਹ ਰੋਡ ਤੇ ਨਹੀਂ ਆਉਂਦਾ। ਜੀ ਸੋ ਉਹਦੇ ਨਾਲੋਂ ਬੈਟਰ ਕੀ ਹੈ ਕਿ ਤੁਸੀਂ ਆਪਣਾ ਟਰੱਕ ਲਾਓ, ਉਹਨੂੰ ਕਿਸੇ ਕੰਪਨੀ ਦੇ ਨਾਲ ਲੀਜ਼ ਕਰੋ। ਕੰਪਨੀ ਨਾਲ ਲੀਜ਼ ਕਰਨ ਤੋਂ ਬਾਅਦ ਫਿਰ ਤੁਸੀਂ ਉਹਨੂੰ ਆਪਣਾ ਜਿਵੇਂ ਵੀ ਜਿਹੜੀ ਪੈਰਲਲ ਕੰਪਨੀ ਹੈ ਜੀ ਉਹ ਪ੍ਰੋਸੈਸ ਸਟਾਰਟ ਕਰੋ। ਠੀਕ ਹੈ, ਇਹ ਤਾਂ ਰਹੇ ਸਵਾਲ। ਔਰ ਹੁਣ ਅਸੀਂ ਆਪਣੇ ਦਰਸ਼ਕਾਂ ਦੇ ਸਵਾਲ ਟਾਂਡਾ ਸਾਹਿਬ ਇੱਥੇ ਲੈ ਲੈਂਦੇ ਹਾਂ। ਔਰ ਜਿਵੇਂ ਸਾਡਾ ਹਮੇਸ਼ਾ ਅਸੀਂ ਆਪਣੇ ਦਰਸ਼ਕਾਂ ਨੂੰ ਕਹਿੰਦੇ ਕਿ ਤੁਸੀਂ ਆਪਣੇ ਸਵਾਲ ਭੇਜੋ, ਔਰ ਜਿਹੜੇ ਸਾਡੇ ਤਜਰਬੇਕਾਰ ਲੋਕ ਸਾਡੇ ਗੈਸਟ ਮਹਿਮਾਨ ਹੋਣਗੇ ਇੱਥੇ ਤੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਜਾਣਗੇ। ਔਰ ਸਭ ਤੋਂ ਪਹਿਲਾਂ ਅੱਜ ਟਾਂਡਾ ਸਾਹਿਬ ਜਿਹੜਾ ਸਵਾਲ ਹੈਗਾ ਉਹ ਯੁਵਾ ਸਿਟੀ ਤੋਂ ਨਿਮਰਤ ਸਿੰਘ ਦਾ ਸਵਾਲ ਹੈ, ਔਰ ਬੜਾ ਹੀ ਦਿਲਚਸਪ ਸਵਾਲ ਹੈ ਇਹਨਾਂ ਦਾ। ਔਰ ਉਹਨਾਂ ਦਾ ਕਹਿਣਾ ਕਿ ਮੈਂ ਆਪਣਾ ਡਰਗ ਟੈਸਟ ਕਰਵਾਉਣ ਗਿਆ ਸੀ, ਪਰ ਮੇਰਾ ਡਰਗ ਟੈਸਟ ਸੈਂਪਲ ਲੈਣ ਤੋਂ ਕਿਉਂਕਿ ਲਾਈਨ ਬਹੁਤ ਲੰਬੀ ਸੀ, ਉਸ ਤੋਂ ਪਹਿਲਾਂ ਹੀ ਮੈਨੂੰ ਭੁੱਖ ਲੱਗੀ ਤੇ ਮੈਂ ਭੁੱਖ ਲੱਗਣ ਕਾਰਨ ਬਾਹਰੋਂ ਕੁਝ ਖਾਣ ਚਲਾ ਗਿਆ ਸੀ। ਸੋ ਜਦੋਂ ਮੈਂ ਵਾਪਸ ਮੁੜਿਆ ਅਤੇ ਦੁਬਾਰਾ ਮੇਰਾ ਟੈਸਟ ਲੈਣ ਦੀ ਜਦੋਂ ਵਾਰੀ ਆਈ ਤਾਂ ਉਹਨਾਂ ਨੂੰ ਦੱਸਿਆ ਕਿ ਮੈਂ ਹੁਣ ਖਾ ਕੇ ਆਇਆ, ਤਾਂ ਉਹਨਾਂ ਨੇ ਮੇਰਾ ਟੈਸਟ ਨਹੀਂ ਲਿਆ, ਮੈਨੂੰ ਮੇਰਾ ਟੈਸਟ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੇਰੀ ਕੰਪਨੀ ਨੇ ਵੀ ਮੈਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਸੋ ਮੈਨੂੰ ਹੁਣ ਸਮਝ ਹੀ ਨਹੀਂ ਆ ਰਿਹਾ ਕਿ ਆਖਰ ਮੇਰੇ ਨਾਲ ਹੋਇਆ ਕੀ ਹੈ, ਮੇਰਾ ਦੋਸ਼ ਕੀ ਹੈ, ਤੁਸੀਂ ਦੱਸ ਸਕਦੇ ਹੋ? ਬਿਲਕੁਲ ਬਲਜਿੰਦਰ ਸਿੰਘ ਜੀ, ਮੈਂ ਤੇ 2-4-5 ਮਿੰਟ ਜ਼ਰੂਰ ਲਾਉਣਾ ਚਾਹਾਂਗਾ। ਇੱਕ ਬੜਾ ਹੀ ਕਹਿ ਲਓ ਕਿ ਇੱਕ ਨਾਰਮਲ ਪ੍ਰਕਿਰਿਆ ਅੱਜ ਕੱਲ੍ਹ ਸ਼ੁਰੂ ਹੋ ਚੁੱਕੀ ਹੈ ਔਰ ਇੱਕ ਬੜੀ ਖਤਰਨਾਕ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਪਿੱਛੇ ਕਹਾਣੀ ਕੀ ਹੈ, ਇਹਦਾ ਕਿਉਂ ਹੁੰਦਾ, ਇਹਦਾ ਕੀ ਨੁਕਸਾਨ ਆ, ਇਹ ਕਿਉਂ ਹੁੰਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕੋਈ ਕਾਨੂੰਨ ਬਣਾਇਆ ਜਾਂਦਾ ਤੇ ਇਹ ਗੱਲ ਸਮਝਣ ਵਾਲੀ ਲੋੜ ਹੈ ਕਿ ਅਸੀਂ ਜਦੋਂ ਕਿਤੇ ਗਲਤੀ ਕਰਦੇ ਹਾਂ ਤੇ ਸਾਡੀ ਗਲਤੀ ਨੂੰ ਰੋਕਣ ਵਾਸਤੇ ਜਾਂ ਸਾਡੀਆਂ ਲਗਾਤਾਰ ਹੋ ਰਹੀਆਂ ਗਲਤੀਆਂ ਜਾਂ ਲਗਾਤਾਰ ਸਾਡੇ ਵੱਲੋਂ ਅਣਜਾਣੇ ਜਾਂ ਜਾਣਬੁੱਝ ਕੇ ਕੀਤੀਆਂ ਜਿਹੜੀਆਂ ਸਾਡੀਆਂ ਗਲਤੀਆਂ ਹੁੰਦੀਆਂ ਆ, ਉਹਨੂੰ ਰੋਕਣ ਵਾਸਤੇ ਜਿਹੜਾ ਕਾਨੂੰਨ ਹੈ ਉਹ ਸਰਕਾਰ ਵੱਲੋਂ ਹੋਰ ਸਖਤ ਕੀਤੇ ਜਾਂਦੇ ਆ। ਪਰ ਉਹਦਾ ਨੁਕਸਾਨ ਇਹ ਹੁੰਦਾ ਹੈ ਕਿ ਜਿਹੜਾ ਆਮ ਸਾਡੇ ਵਾਲਾ ਬੰਦਾ ਹੈਗਾ, ਉਹ ਜਿਹੜਾ ਆਮ ਇੱਕ ਆਦਮੀ ਵੀ ਹੈ, ਉਹ ਵੀ ਉਹਦੇ ਵਿੱਚ ਫਸ ਜਾਂਦਾ। ਸੋ ਉਹਦੇ ਪਿੱਛੇ ਮਗਰ ਕਹਾਣੀ ਕੀ ਹੈ ਕਿ ਅਕਸਰ ਇਹ ਗੱਲ ਸਾਨੂੰ ਵੈਸੇ ਬੜੀ ਮਾੜੀ ਚੀਜ਼ ਹੈ ਸਾਡੇ ਵਾਸਤੇ ਕਿ ਅਕਸਰ ਸਾਡੀ ਕਮਿਊਨਿਟੀ ਵਿੱਚ ਵੀ ਔਰ ਬਾਹਰਲੀਆਂ ਕਮਿਊਨਿਟੀ ਵਿੱਚ ਵੀ, ਇਹਦੇ ਵਿੱਚ ਕੋਈ ਕਮਿਊਨਿਟੀ ਦਾ ਖਾਸ ਗੱਲ ਨਹੀਂ ਹੈ, ਪਰ ਓਵਰਆਲ ਡਰਾਈਵਰ ਜਿਹੜੇ ਆ ਉਹ ਬਹੁਤ ਵਾਰੀ ਡਰੱਗ ਜਿਹੜੀ ਹੈ ਉਹਦਾ ਸੇਵਨ ਕਰਦੇ ਆ, ਜਾਂ ਜਿਹੜੇ ਹੈਗੇ ਆ, ਜਾਂ ਜਿਹੜੀਆਂ ਅਲਕੋਹਲ ਹੈਗੀ ਆ, ਜਾਂ ਜਿਹੜੇ ਵੀ ਜਿਹੜੀਆਂ ਡਰੱਗਸ ਅਸੀਂ ਨਹੀਂ ਲੈਣੀਆਂ ਪ੍ਰੋਹਿਬਿਟਡ ਹੈਗੀਆਂ, ਉਹਨਾਂ ਦਾ ਸੇਵਨ ਕੀਤਾ ਜਾਂਦਾ। ਸੋ ਡਰਾਈਵਰ ਵੱਲੋਂ ਡਰੱਗ ਟੈਸਟ ਵੇਲੇ ਇੱਕ ਸ਼ੈਤਾਨੀ ਕੀਤੀ ਜਾਂਦੀ ਹੈ ਪ੍ਰੈਕਟੀਕਲੀ, ਜਾਂ ਇੱਕ ਝੂਠ ਬੋਲਿਆ ਜਾਂਦਾ ਕਿ ਅਕਸਰ ਡਰਾਈਵਰ ਜਦੋਂ ਅੰਦਰ ਟੈਸਟ ਦੇਣ ਜਾਂਦਾ ਤਾਂ ਉਹਨੂੰ ਪਤਾ ਹੁੰਦਾ ਕਿ ਮੈਂ ਡਰੱਗ ਖਾਂਦਾ ਆ ਜਾਂ ਮੈਂ ਡਰੱਗ ਦਾ ਸੇਵਨ ਕਰਦਾ, ਉਹ ਆਪਣੀ ਜਗ੍ਹਾ ਕਿਸੇ ਹੋਰ ਬੰਦੇ ਦਾ ਜਿਹੜਾ ਯੂਰਿਨ ਸੈਂਪਲ ਹੈ ਉਹ ਦੇਣ ਦੀ ਕੋਸ਼ਿਸ਼ ਕਰਦਾ। ਕਿਵੇਂ ਹੁੰਦਾ ਸੀ ਕਿ ਲੋਕ ਪਹਿਲਾਂ ਆਪਣਾ ਜਦੋਂ ਅੰਦਰ ਜਾ ਕੇ ਲੈਬ ਦੇ ਵਿੱਚ ਚੈੱਕ ਇਨ ਕਰਾਉਂਦੇ ਸੀ, ਚੈੱਕ ਇਨ ਕਰਾਉਣ ਤੋਂ ਬਾਅਦ ਬਾਹਰ ਆਉਂਦੇ ਸੀ, ਉਹਨਾਂ ਦਾ ਕੋਈ ਸੱਜਣ ਮਿੱਤਰ, ਉਹਨਾਂ ਦਾ ਕੋਈ ਫਰੈਂਡ ਜਾਂ ਉਹਨਾਂ ਦੇ ਸਰਕਲ ਦੇ ਵਿੱਚ ਕੋਈ ਹੋਰ ਬੰਦਾ, ਉਹ ਆਪਣਾ ਦੂਜੇ ਬੰਦੇ ਦਾ ਜਿਹੜਾ ਸੈਂਪਲ ਹੈਗਾ ਉਹ ਲੈ ਕੇ ਬਾਹਰ ਖੜਾ ਹੁੰਦਾ ਸੀ ਤੇ ਉਹਨੂੰ ਸੈਂਪਲ ਜਿਹੜਾ ਉਹਦੀ ਜੇਬ 'ਚ ਪਾ ਦਿੱਤਾ ਜਾਂਦਾ ਸੀ। ਔਰ ਆਦਮੀ ਜਾ ਕੇ ਬਜਾਏ ਖੁਦ ਦਾ ਸੈਂਪਲ, ਖੁਦ ਦਾ ਸਪੈਸੀਮਨ ਦੇਣ ਦੀ ਬਜਾਏ ਕਿਸੇ ਦੂਜੇ ਹੋਰ ਦਾ ਸਪੈਸੀਮਨ ਦਿੰਦਾ ਸੀ, ਜਿਹਦੇ ਕਰਕੇ ਇਹ ਕਾਨੂੰਨ ਜਿਹੜਾ ਜਦੋਂ ਆਮ ਲੋਕ ਫੜੇ ਜਾਣ ਲੱਗੇ ਤਾਂ ਲੈਬਸ ਨੇ ਇੱਕ ਕਾਨੂੰਨ ਬਣਾਤਾ, ਜਾਂ ਫੈਡਰਲ ਮੋਟਰ ਕੈਰੀਅਰ ਨੇ ਕਾਨੂੰਨ ਬਣਾਤਾ ਕਿ ਲੈਬ ਵਿੱਚ ਜਦੋਂ ਬੰਦਾ ਚੈੱਕ ਇਨ ਕਰ ਗਿਆ ਆਪਣਾ ਯੂਰਿਨ ਸੈਂਪਲ ਦੇਣ ਵਾਸਤੇ, ਤਾਂ ਉਸ ਤੋਂ ਬਾਅਦ ਉਹ ਸਿਰਫ ਤੇ ਸਿਰਫ ਲੈਬ ਦੀ ਨਿਗਰਾਨੀ ਹੇਠ ਹੀ ਬੈਠੇਗਾ। ਅਗਰ ਉਹ 1 ਮਿੰਟ ਵਾਸਤੇ ਵੀ ਉਸ ਲੈਬ ਦੇ ਵਿੱਚੋਂ ਬਾਹਰ ਜਾਂਦਾ ਹੈ ਤਾਂ ਉਹਦੇ ਤੇ ਸ਼ੱਕ ਪੈਦਾ ਹੁੰਦਾ ਕਿ ਇਹ ਕਿਸੇ ਨਾਲ ਆਪਣਾ ਸੈਂਪਲ, ਕਿਸੇ ਹੋਰ ਦਾ ਸੈਂਪਲ ਜਿਹੜਾ ਸਪੈਸੀਮਨ ਜਿਹੜਾ ਉਹ ਬਾਹਰੋਂ ਲੈਣ ਗਿਆ। ਸੋ ਇਸ ਕਾਨੂੰਨ ਕਰਕੇ ਜਦੋਂ ਕੋਈ ਆਦਮੀ ਆਪਣੇ ਲੈਬ ਦੇ ਵਿੱਚੋਂ ਯੂਰਿਨ ਸੈਂਪਲ ਦੇਣ ਗਿਆ, ਉੱਠ ਕੇ ਕਿਸੇ ਵੀ ਕਾਰਨ ਬਾਹਰ ਆਉਂਦਾ, ਬੇਸ਼ੱਕ ਉਹ ਆਪਣੀ ਗੱਡੀ ਵਿੱਚੋਂ ਪਾਣੀ ਚੱਕਣ ਆਇਆ ਹੋਵੇ ਜਾਂ ਕਿਸੇ ਹੋਰ ਕਾਰਨ ਆਇਆ ਹੋਵੇ, ਤਾਂ ਉਹਦਾ ਜਿਹੜਾ ਸੈਂਪਲ ਆ ਉਹ ਜਿਹੜੀ ਲੈਬ ਆ ਉਹ ਲੈਣ ਤੋਂ ਮਨਾ ਕਰ ਦਿੰਦੀ ਹੈ। ਉਹਨੂੰ ਅਸੀਂ ਕਹਿੰਦੇ ਰਿਫਿਊਜ਼ਲ ਟੂ ਡਰੱਗ ਟੈਸਟ। ਔਰ ਸਭ ਤੋਂ ਖਤਰਨਾਕ ਜਿਹੜੀ ਚੀਜ਼ ਹੈ, ਇਹਦਾ ਨੁਕਸਾਨ ਸਭ ਤੋਂ ਵੱਡਾ ਕੀ ਹੈ ਕਿ ਰਿਫਿਊਜ਼ਲ ਟੂ ਡਰੱਗ ਟੈਸਟ ਜਿਹੜਾ ਆ ਉਹਨੂੰ ਪੋਜ਼ਿਟਿਵ ਡਰੱਗ ਟੈਸਟ ਮੰਨਿਆ ਜਾਂਦਾ। ਸੋ ਇਸ ਕਰਕੇ ਜਿਹੜੇ ਇਹ ਸੱਜਣ ਜਿਨ੍ਹਾਂ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ, ਉਹਨਾਂ ਨੂੰ ਇਹ ਹੁਣ ਪੋਜ਼ਿਟਿਵ ਡਰੱਗ ਟੈਸਟ ਦੀ ਜੋ ਸਾਰੀ ਪ੍ਰੋਸੈਸ ਹੈ
ਜਿਵੇਂ ਸੈਬ ਦੀਆਂ ਜੀ ਕਲਾਸਿਸ ਹੈਗੀਆਂ, ਜੋ ਉਹ ਜਿਹੜਾ ਮੰਥਲੀ ਟੈਸਟਿੰਗ ਹੈਗੀ ਆ, ਉਹ ਸਾਰੇ ਪ੍ਰੋਸੈਸ ਵਿੱਚ ਦੀ ਨਿਕਲਣਾ ਪਵੇਗਾ। ਔਰ ਇਹਨਾਂ ਨੂੰ ਇਹ ਪ੍ਰੋਸੈਸ ਜਿਹੜੀ ਹੈ 12 ਤੋਂ ਲੈ ਕੇ 36 ਮਹੀਨੇ ਤੱਕ ਕਰਨੀ ਪੈਣੀ ਹੈ। ਔਰ ਜਦ ਤੱਕ ਇਹ ਜੀ ਬੈਕ ਟੂ ਡਿਊਟੀ ਸਟੇਟਸ ਜਿਹੜਾ ਆ ਉਹਨੂੰ ਅਪਰੂਵ ਨਹੀਂ ਕਰਦੇ, ਤਦ ਤੱਕ ਜਿਹੜਾ ਇਹਨਾਂ ਨੂੰ ਨੌਕਰੀ ਦੁਆਰਾ ਮਿਲਣ ਦੇ ਚਾਂਸ ਕੋਈ ਨਹੀਂ ਹਨ। ਜਿਵੇਂ ਅਸੀਂ ਡਰੱਗ ਕਲੀਅਰਿੰਗ ਜੀ ਹਾਊਸ ਦੀ ਗੱਲ ਕਰਦੇ ਹਾਂ, ਡਰੱਗ ਕਲੀਅਰਿੰਗ ਹਾਊਸ ਵਿੱਚ ਉਹਨਾਂ ਦਾ ਰਿਪੋਰਟ ਹੋ ਚੁੱਕਾ ਹੋਵੇਗਾ ਔਰ ਇਹ ਹਮੇਸ਼ਾ ਉਹਨਾਂ ਦੇ ਰੈਕਟ ਦੇ ਉੱਤੇ ਐਜ਼ ਏ ਪੋਜ਼ਿਟਿਵ ਡਰੱਗ ਟੈਸਟ ਜਿਹੜਾ ਆ ਉਹ ਰਹੇਗਾ। ਸੋ ਇਹ ਇੱਕ ਬੜੀ ਖਤਰਨਾਕ ਚੀਜ਼ ਆ। ਸੋ ਮੇਰੀ ਜਿੰਨੇ ਵੀ ਦਰਸ਼ਕ ਸੁਣ ਬਿਲਕੁਲ ਰਹੇ ਆ ਜਾਂ ਜਿਹੜੇ ਸਾਡੇ ਡਰਾਈਵਰ ਭਰਾ ਸੁਣ ਰਹੇ ਆ ਜਾਂ ਬਾਅਦ ਵਿੱਚ ਸੁਣਨਗੇ, ਮੇਰੀ ਉਹਨਾਂ ਨੂੰ ਖਾਸ ਤੌਰ ਤੇ ਦਰਖਾਸਤ ਹੈ ਕਿ ਜਦੋਂ ਤੁਸੀਂ ਲੈਬ ਵਿੱਚ ਇੱਕ ਵਾਰੀ ਇੰਟਰ ਕਰ ਜਾਂਦੇ ਹੋ ਤਾਂ ਉੱਥੋਂ ਬਾਹਰ ਉਸ ਲੈਬ ਦੇ ਵਿੱਚੋਂ ਬਾਹਰ ਉੱਠ ਕੇ ਆਉਣਾ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ। ਜੀ ਬਿਲਕੁਲ ਠੀਕ ਗੱਲ ਤੁਸੀਂ ਕਿਹਾ। ਔਰ ਨਿਮਰਤ ਜੀ, ਉਮੀਦ ਹੈ ਕਿ ਤੁਹਾਨੂੰ ਤੁਹਾਡਾ ਜਿਹੜਾ ਜਵਾਬ ਹੈ ਜ਼ਰੂਰ ਮਿਲ ਗਿਆ ਹੋਏਗਾ। ਸੋ ਟਰੱਕ ਵੀਰਾਂ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੂੰ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਨੇ ਸਾਵਧਾਨੀਆਂ ਵਰਤੋ ਅਤੇ ਗਲਤੀ ਨਾ ਕਰੋ। ਅਗਲੇ ਸਵਾਲ ਵੱਲ ਚੱਲਦੇ ਹਾਂ। ਬਹੁਤ ਹੀ ਘੱਟ ਸਮਾਂ ਸਾਡੇ ਕੋਲ ਰਹਿ ਗਿਆ। ਟਾਂਡਾ ਸਾਹਿਬ, ਇਹ ਸਵਾਲ ਜਿਹੜਾ ਹੈਗਾ ਫਰੀਮੌਂਟ ਤੋਂ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ ਔਰ ਇਹਨਾਂ ਦਾ ਜਿਹੜਾ ਸਵਾਲ ਹੈ, ਇਹ ਸਵਾਲ ਪੁੱਛਦੇ ਨੇ ਕਿ ਮੈਂ ਸਿੰਗਲ ਓਨਰ ਆਪਰੇਟਰ ਹਾਂ, ਮੇਰੇ ਕੋਲ ਇੱਕੋ ਟਰੱਕ ਹੈ, ਕੀ ਮੈਨੂੰ ਆਪਣੀ ਐਪਲੀਕੇਸ਼ਨ ਭਰਨੀ, ਆਪਣੀ ਬੈਕਗ੍ਰਾਉਂਡ ਚੈੱਕ ਕਰਵਾਉਣੀ ਅਤੇ ਫਿਰ ਆਪਣਾ ਸਾਰਾ ਪੇਪਰ ਵਰਕ ਮੈਨੂੰ ਉਸੇ ਤਰ੍ਹਾਂ ਕਰਨਾ ਪਏਗਾ ਜਿਸ ਤਰ੍ਹਾਂ ਇੱਕ ਡਰਾਈਵਰ ਦਾ ਹੁੰਦਾ, ਜਾਂ ਫਿਰ ਮੈਨੂੰ ਖੁਦ, ਕਿਉਂਕਿ ਮੈਂ ਓਨਰ ਆਪਰੇਟਰ ਹਾਂ, ਕੀ ਮੈਨੂੰ ਪੇਪਰ ਸੰਭਾਲਣ ਦੀ ਲੋੜ ਨਹੀਂ ਪਏਗੀ? ਤੁਸੀਂ ਕੀ ਦੱਸੋਗੇ? ਬਿਲਕੁਲ ਭਿੰਦਰ ਸਿੰਘ ਜੀ, ਜਦੋਂ ਤੁਸੀਂ ਟਰੱਕਿੰਗ ਕੰਪਨੀ ਨੂੰ ਐਜ਼ ਏ ਟਰੱਕਿੰਗ ਕੰਪਨੀ ਤੁਹਾਡੇ ਕੋਲ ਆਪਣੇ ਪਰਮਿਟਸ ਹਨ, ਜੇਕਰ ਤੁਸੀਂ ਕਿਸੇ ਕੰਪਨੀ ਨਾਲ ਐਜ਼ ਏ ਓਨਰ ਆਪਰੇਟਰ ਕਿਸੇ ਕੰਪਨੀ ਨੂੰ ਆਪਣਾ ਟਰੱਕ ਕੀਤਾ ਹੈ ਤਾਂ ਉਸ ਟਰੱਕਿੰਗ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਹਾਡੇ ਸਾਰਾ ਜਿਹੜਾ ਪੇਪਰ ਵਰਕ ਆ, ਤੁਹਾਡੀ ਐਪਲੀਕੇਸ਼ਨ, ਤੁਹਾਡਾ ਡਰਾਈਵਿੰਗ ਲਾਇਸੈਂਸ ਦੀ ਕਾਪੀ, ਮੈਡੀਕਲ ਕਾਰਡ ਦੀ ਕਾਪੀ, ਡਰੱਗ ਟੈਸਟ, ਉਹ ਹਰ ਚੀਜ਼ ਜਿਹੜੀ ਹੈ ਉਹ ਕਰਵਾਵੇ। ਕਿਉਂਕਿ ਬੇਸ਼ੱਕ ਤੁਸੀਂ ਉਹਦੇ ਓਨਰ ਆਪਰੇਟਰ ਹੋ, ਪਰ ਫੈਡਰਲ ਮੋਟਰ ਕੈਰੀਅਰ ਦੀ ਨਜ਼ਰਾਂ ਵਿੱਚ ਤੁਸੀਂ ਉਹਨਾਂ ਦੇ ਡਰਾਈਵਰ ਹੋ। ਪਰ ਜੇਕਰ ਤੁਸੀਂ ਆਪਣੀ ਕੰਪਨੀ ਆਪ ਰਨ ਕਰਦੇ ਹੋ, ਤੁਹਾਡੇ ਕੋਲ ਆਪਣੇ ICC, DOT, CA ਨੰਬਰ ਤੁਹਾਡੇ ਕੋਲ ਆਪਣੇ ਆਪ ਖੁਦ ਦੇ ਹਨ, ਤਾਂ ਫਿਰ ਬਕਾਇਦਾ ਤੁਸੀਂ ਆਪਣੀ ਕੰਪਨੀ ਦੇ ਆਪ ਡਰਾਈਵਰ ਹੋ। ਸੋ ਉਹ ਡਰਾਈਵਰ ਦੀਆਂ ਜੋ ਵੀ ਫਾਰਮੈਲਿਟੀਜ਼ ਹਨ, ਚਾਹੇ ਉਹ ਐਪਲੀਕੇਸ਼ਨ ਹੈ, ਚਾਹੇ ਉਹ ਤੁਹਾਡਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਹੈ, ਮੈਡੀਕਲ ਕਾਰਡ ਦੀ ਕਾਪੀ ਹੈ, MBR ਦੀ ਕਾਪੀ ਹੈ, ਤੁਹਾਡਾ ਡਰੱਗ ਟੈਸਟ ਹੈ। ਖਾਸ ਕਰਕੇ ਡਰੱਗ ਟੈਸਟ ਬਾਰੇ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ, ਡਰੱਗ ਟੈਸਟ ਦੇ ਮਾਮਲੇ 'ਚ ਅਕਸਰ ਸਾਡੇ ਸੱਜਣ ਇਹ ਸਮਝ ਲੈਂਦੇ ਆ ਕਿਉਂਕਿ ਮੈਂ ਆਪ ਖੁਦ ਡਰਾਈਵ ਕਰਦਾ, ਮੇਰੀ ਆਪਣੀ ਕੰਪਨੀ ਆ, ਮੈਨੂੰ ਡਰੱਗ ਟੈਸਟ ਕਰਾਉਣ ਦੀ ਨਹੀਂ ਲੋੜ। ਪਰ ਇਹ ਗੱਲ ਬਿਲਕੁਲ ਗਲਤ ਹੈ। ਜਿਹੜੇ ਵੀ ਲੋਕ ਆਪਣੀ ICC ਔਰ DOT ਦੇ ਅੰਡਰ ਚੱਲਦੇ ਹਨ, ਉਹਨਾਂ ਨੂੰ, ਚਾਹੇ ਉਹ ਇੰਡੀਵਿਜੂਅਲ ਕੰਪਨੀ ਹੈ, ਚਾਹੇ ਉਹ ਪਾਰਟਨਰਸ਼ਿਪ ਹੈ, ਚਾਹੇ ਉਹ ਕਾਰਪੋਰੇਸ਼ਨ ਹੈ, ਕਿਸੇ ਵੀ ਕੇਸ ਦੇ ਵਿੱਚ ਉਹਨਾਂ ਦਾ ਡਰੱਗ ਟੈਸਟ ਹੋਣਾ ਜਿਹੜਾ ਉਨਾ ਹੀ ਜ਼ਰੂਰੀ ਹੈ ਜਿੰਨਾ ਉਹ ਜਦੋਂ ਕਿਸੇ ਬਾਹਰ ਕੰਪਨੀ ਨਾਲ ਕੰਮ ਕਰਦੇ ਹਨ। ਔਰ ਖਾਸ ਕਰਕੇ ਜੇਕਰ ਤੁਹਾਡੇ ਕੋਲ ਆਪਣੀ DOT ਨੰਬਰ, ICC ਨੰਬਰ ਹੈ, ਤਾਂ ਰੈਂਡਮ ਟੈਸਟ ਜਿਹੜਾ ਹੈਗਾ ਡਰੱਗ ਟੈਸਟ ਦੇ ਨਾਲ ਇੱਕ ਰਲਦੀ ਮਿਲਦੀ ਗੱਲ ਜਿਹੜੀ ਹੈ, ਰੈਂਡਮ ਡਰੱਗ ਜਿਹੜਾ ਆ ਉਹਦੇ ਵਿੱਚ ਤੁਹਾਡੀ ਐਨਰੋਲਮੈਂਟ ਹੋਣੀ ਵੀ ਉਨੀ ਜ਼ਰੂਰੀ ਹੈ ਜਿੰਨੀ ਕਿ ਇੱਕ ਡਰਾਈਵਰ ਦੀ। ਸੋ ਇਸ ਗੱਲ ਨੂੰ ਬਿਲਕੁਲ ਵੀ ਕੋਈ ਸੱਜਣ ਕਨਫਿਊਜ਼ ਨਾ ਹੋਵੇ ਕਿ ਮੈਂ ਖੁਦ ਦਾ ਮਾਲਕ ਹਾਂ। ਨਹੀਂ, ਬੀਇੰਗ ਏ ਟਰੱਕ ਡਰਾਈਵਰ, ਤੁਸੀਂ, ਤੁਹਾਡੀ ਕੰਪਨੀ ਇੱਕ ਅਲੱਗ ਐਂਟੀਟੀ ਹੈ, ਤੁਸੀਂ ਉਹਦੇ ਵਿੱਚ ਐਜ਼ ਏ ਡਰਾਈਵਰ ਕੰਮ ਕਰ ਰਹੇ ਹੋ, ਤਾਂ ਤੁਹਾਡੀਆਂ ਡਰਾਈਵਰ ਦੀਆਂ ਜਿਹੜੀਆਂ ਸਾਰੀਆਂ ਫਾਰਮੈਲਿਟੀਜ਼ ਆ ਉਹ ਕੰਪਲੀਟ ਹੋਣੀਆਂ ਜ਼ਰੂਰੀ ਨੇ। ਸੋ ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ, ਔਰ ਉਮੀਦ ਕਰਦੇ ਹਾਂ ਪ੍ਰਗਟ ਸਿੰਘ ਜੀ ਤੁਹਾਨੂੰ ਵੀ ਤੁਹਾਡਾ ਜਿਹੜਾ ਜਵਾਬ ਹੈਗਾ ਬਖੂਬੀ ਟਾਂਡਾ ਸਾਹਿਬ ਨੇ ਦਿੱਤਾ ਹੋਏਗਾ। ਸੋ ਟਾਂਡਾ ਸਾਹਿਬ, ਹਮੇਸ਼ਾ ਤੁਸੀਂ ਸਾਡਾ ਇਸ ਪ੍ਰੋਗਰਾਮ ਦੇ ਲਈ ਆਪਣਾ ਸਮਾਂ ਕੱਢਦੇ ਹੋ, ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ। ਸ਼ੁਕਰੀਆ ਸਰ ਬਲਿੰਦਰ ਸਿੰਘ ਜੀ, ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲੇ ਦਰਸ਼ਕਾਂ ਦਾ, ਔਰ ਜਿਹੜੇ ਇਸ ਚੀਜ਼ ਤੋਂ ਬੈਨੀਫਿਟ ਲੈ ਰਹੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਅੰਤ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਰਦਾਰ ਰਜਿੰਦਰ ਸਿੰਘ ਟਾਂਡਾ ਸਾਹਿਬ, ਸਾਡੇ ਅੱਜ ਦੇ ਖਾਸ ਮਹਿਮਾਨ। ਹਮੇਸ਼ਾ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਵਿੱਚ ਜਿਹੜੇ ਸਾਡੇ ਤਜਰਬੇਕਾਰ ਮਹਿਮਾਨ ਹੁੰਦੇ ਨੇ, ਆਪਣੀਆਂ ਸਲਾਹਾਂ ਦਿੰਦੇ ਨੇ, ਤੇ ਜੇਕਰ ਤੁਸੀਂ ਇਹਨਾਂ ਤੋਂ ਖਾਸ ਸਲਾਹ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਲਿਖ ਭੇਜੋ। ਆਪਣਾ ਜਿਹੜਾ ਸਵਾਲ ਹੈ ਜ਼ਰੂਰ ਆਪਣੇ ਅਸੀਂ ਤਜਰਬੇਕਾਰ ਮਹਿਮਾਨਾਂ ਤੋਂ ਪੁੱਛਾਂਗੇ। ਸਾਡਾ ਤੁਸੀਂ ਈਮੇਲ ਐਡਰੈਸ ਨੋਟ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ info@cktimetv.com। ਇਸ ਤੋਂ ਇਲਾਵਾ ਤੁਸੀਂ ਮੇਰੇ ਨਾਲ WhatsApp ਰਾਹੀਂ ਵੀ ਜੁੜ ਸਕਦੇ ਹੋ। WhatsApp ਰਾਹੀਂ ਤੁਸੀਂ ਆਪਣੇ ਜਿਹੜੇ ਨੇ ਜਵਾਬ, ਜਿਹੜੇ ਸਵਾਲ ਨੇ ਜਿਹੜੇ ਉਹ ਸਾਡੇ ਤੱਕ ਭੇਜ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @bhalinder_official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋਅ ਵਿੱਚ ਸਾਡੇ ਨਾਲ ਜੁੜਨ ਦਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।